ਇਹ ਲੋਕ ਸਿਰਫ ਰਾਜਨੀਤੀ ਤੱਕ ਸੀਮਿਤ ਰਹਿੰਦੇ ਆ। ਜਿਹੜੇ ਬੰਦਿਆਂ ਨੇ ਗੁਟਕਾ ਸਾਹਿਬ ਦੀ ਹੱਥ 'ਚ ਫੜ ਕੇ ਸਹੁੰ ਖਾਧੀ, ਕਿਉਂਕਿ ਲੋਕ ਅੱਜ ਸਿਆਣੇ ਹੋ ਚੁੱਕੇ ਆ। ਜਿਹੜੇ ਰਾਜਨੀਤੀ ਕਰਦੇ ਆ ਉਹਨਾਂ ਨੂੰ ਕਿਨਾਰਾ ਕਰਨਾ ਜਾਣਦੇ ਆ ਲੋਕ ਉਹਨਾਂ ਦਾ। ਆਪ ਦੀ ਸਰਕਾਰ 3 ਮਹੀਨੇ ਦਾ ਸਮਾਂ ਜੇ ਲੈ ਕੇ ਗਈ ਹੈ ਤਾਂ 2 ਮਹੀਨੇ ਉਹਨਾਂ ਦੇ ਲੰਘ ਚੁੱਕੇ ਆ। ਜੇ ਅਸੀਂ ਆਪਣੇ ਨਿੱਜ ਦੀ ਖਾਤਰ ਇਕੱਠੇ ਹੋ ਕੇ ਦਿੱਲੀ ਦੇ ਬਰੂਹਾਂ ਤੇ ਬਹਿ ਕੇ 3 ਕਾਲੇ ਕਾਨੂੰਨ ਵਾਪਸ ਕਰਾ ਸਕਦੇ ਆ ਨਾ, ਕਿਉਂਕਿ ਸਾਡੇ ਨਿੱਜ ਤੇ ਗੱਲ ਸੀ, ਸਾਡੇ ਜ਼ਮੀਨਾਂ ਤੇ ਗੱਲ ਸੀ, ਸਾਡੀਆਂ ਫਸਲਾਂ ਦੀ ਗੱਲ ਸੀ। ਇਹ ਤੇ ਸਾਡੀ ਹੋਂਦ ਦੀ ਗੱਲ ਹੈ। ਸਤਿ ਸ਼੍ਰੀ ਅਕਾਲ। ਆਈਵਰ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਜਸਪਾਲ ਮਾਨ। ਅੱਜ ਇੱਕ ਖਾਸ ਪੇਸ਼ਕਸ਼ ਲੈ ਕੇ ਆਏ ਹਾਂ ਬੇਅਦਬੀ ਮਸਲੇ ਦੇ ਉੱਤੇ। ਬੇਅਦਬੀ ਇਨਸਾਫ ਮੋਰਚਾ ਲਗਾਤਾਰ ਜਾਰੀ ਆ। ਜਦੋਂ ਤੋਂ ਭਗਵੰਤ ਮਾਨ ਸਰਕਾਰ ਬਣੀ ਆ, ਇਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ 3 ਮਹੀਨਿਆਂ ਦੇ ਵਿੱਚ ਇਨਸਾਫ ਮਿਲੇਗਾ। ਇਨਸਾਫ ਦੇ ਲਈ 2 ਮਹੀਨੇ ਗੁਜ਼ਰ ਗਏ ਆ, 1 ਮਹੀਨਾ ਬਾਕੀ ਆ ਔਰ ਇੰਤਜ਼ਾਰ ਤਾਂ ਜਾਰੀ ਆ। ਪਰ ਉਹਦੇ ਨਾਲ ਨਾਲ ਮੋਰਚਾ ਜਿਹੜਾ ਲਗਾਤਾਰ ਚੱਲਿਆ ਹੋਇਆ। ਔਰ ਭਾਈ ਸੁਖਰਾਜ ਸਿੰਘ ਸਾਡੇ ਨਾਲ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਗੱਲਬਾਤ ਕਰਕੇ ਜਾਣਦੇ ਕਿ ਕਿੱਥੇ ਜੇ ਕੇਸ ਖੜਾ ਹੋਇਆ ਔਰ ਕੀ ਕਹਾਣੀ ਹੋਈ ਹੈ। ਸਾਰੀ ਕਹਾਣੀ ਤੁਹਾਨੂੰ ਤਫਸੀਲ ਦੇ ਵਿੱਚ ਦੱਸਾਂਗੇ। ਕਿਸ ਤਰ੍ਹਾਂ ਦੇ ਨਾਲ ਜਿਹੜਾ ਘਟਨਾ ਵਾਪਰਦੀ ਆ, ਕਿਸ ਤਰ੍ਹਾਂ ਦੇ ਨਾਲ ਅੱਗੇ ਆ ਕੇ ਜਿਹੜੀਆਂ ਸਰਕਾਰਾਂ ਨੇ ਕਿਵੇਂ ਇਹਨਾਂ ਦਾ ਰੋਲ ਅਦਾ ਰਹਿੰਦਾ, ਉਸ ਮਸਲੇ ਉੱਤੇ ਖਾਸ ਗੱਲਬਾਤ ਕਰਾਂਗੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਫਤਿਹ ਜੀ, ਗੁਰਫਤਿਹ। ਸਭ ਤੋਂ ਪਹਿਲਾਂ ਆਪਾਂ ਉੱਥੇ ਚੱਲਦੇ ਹਾਂ ਜੀ, ਵਾਪਸੀ ਤੇ, ਕਿ ਜਦੋਂ ਇਨਸੀਡੈਂਟ ਵਾਪਰਦਾ, ਘਟਨਾ ਵਾਪਰਦੀ ਹੈ ਨਾ, ਉਸ ਵੇਲੇ ਦਾ ਮਤਲਬ ਜੇ ਆਪਾਂ ਸਾਰੀ ਘਟਨਾ ਦੀ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਹੁੰਦੀ, ਕਿਵੇਂ ਵਾਪਰਦੀ, ਕਿਵੇਂ ਆ? 1 ਜੂਨ 2015 ਨੂੰ ਜਿਹੜਾ ਪੰਜਾਬ ਦਾ ਕਾਲਾ ਦੌਰ ਆ, ਦਿਖਾਂਤ ਆ ਇਸ ਘਟਨਾ ਦਾ ਜਿਹੜਾ ਸਟਾਰਟ ਆ, ਉਹ ਸ਼ੁਰੂਆਤੀ ਦਿਨ ਹੁੰਦਾ ਕਿ ਪੰਥ ਦੁਖੀਆਂ ਵੱਲੋਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਿਹੜੇ ਚੋਰੀ ਕਰ ਲਏ ਜਾਂਦੇ ਆ ਡੇਰੇ ਦੇ ਪੈਰੋਕਾਰਾਂ ਵੱਲੋਂ, ਜਿਹੜੇ ਅੱਜ ਸਾਬਤ ਵੀ ਹੋ ਚੁੱਕਿਆ ਤੇ ਪਤਾ ਵੀ ਲੱਗ ਚੁੱਕਿਆ ਵੀ ਕਿਹੜੇ ਬੰਦੇ ਉਹ 'ਚ ਇਨਵੋਲਵ ਸੀਗੇ। 12 ਅਕਤੂਬਰ ਦੀ ਰਾਤ ਨੂੰ ਅੰਗ ਖਿਲਾਰੇ ਜਾਂਦੇ ਆ। 12 ਅਕਤੂਬਰ ਨੂੰ ਧਰਨੇ ਲਾਏ ਜਾਂਦੇ ਆ। ਉਸੇ ਤਰ੍ਹਾਂ 2 ਦਿਨ ਲਗਾਤਾਰ ਧਰਨਾ ਚੱਲਦਾ ਤੇ 14 ਅਕਤੂਬਰ ਨੂੰ ਜਦੋਂ ਕੋਟਕਪੂਰੇ ਦੇ ਵਿੱਚ ਬੈਠੀਆਂ ਜਥੇਬੰਦੀਆਂ 13 ਨੂੰ ਕਾਲ ਦਿੰਦੀਆਂ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਆਪਾਂ ਬੈਠੇ ਉੱਥੇ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ, ਜਿਹੜੀਆਂ ਜਥੇਬੰਦੀਆਂ ਉੱਥੇ ਬੈਠੀਆਂ ਹੁੰਦੀਆਂ, ਸਿੱਖ ਬੈਠੇ ਹੁੰਦੇ ਆ, ਤਾਂ ਉਸੇ ਤਰ੍ਹਾਂ 14 ਨੂੰ ਵੀ ਉਹ ਜਿਹੜਾ ਇੱਕ ਧਰਨਾ ਪਿੰਡ ਵਾਲਿਆਂ ਦੀ ਸ਼ਮੂਲੀਅਤ ਇਸੇ ਰੋਡ ਤੇ ਇਸੇ ਥਾਂ ਤੇ ਹੁੰਦੀ ਜਿੱਥੇ ਆਪਾਂ ਅੱਜ ਬੈਠ ਕੇ ਗੱਲਬਾਤ ਕਰ ਰਹੇ ਹਾਂ। ਲਿੰਕ ਰੋਡ ਸੀ ਪਿੰਡ ਦਾ, ਉਸ ਤੇ ਪਿੰਡ ਵਾਲਿਆਂ ਵੱਲੋਂ ਜਿਹੜਾ ਧਰਨਾ ਲਾ ਦਿੱਤਾ ਜਾਂਦਾ। 13 ਦੀ ਰਾਤ ਨੂੰ ਧਰਨਾ ਲੱਗਦਾ ਹੈ ਤੇ 14 ਨੂੰ ਸਵੇਰ ਇੱਥੋਂ ਗ੍ਰਿਫਤਾਰੀ ਕਰ ਲਈ ਜਾਂਦੀ ਆ ਉਹ ਜਿਹੜੇ ਧਰਨੇ ਤੇ ਬੈਠੇ ਹੁੰਦੇ ਆ। ਤਾਂ 13 ਦੀ ਰਾਤ ਆ ਜਿਹੜੀ, ਉਹ ਵੀ ਇੱਥੇ ਮੇਰੇ ਪਿਤਾ ਜੀ ਆ ਕੇ ਜਾਂਦੇ ਆ ਤੇ 14 ਨੂੰ ਸਵੇਰ 4 ਵਜੇ ਇੱਥੇ ਗ੍ਰਿਫਤਾਰੀਆਂ ਹੋ ਜਾਂਦੀਆਂ ਤੇ ਕੋਟਕਪੂਰੇ ਜਿਹੜੀਆਂ ਗੋਲੀਆਂ ਚੱਲ ਜਾਂਦੀਆਂ। ਕੋਟਕਪੂਰੇ ਵੀ ਪਹਿਲਾਂ ਗ੍ਰਿਫਤਾਰੀ ਕਰਦੇ ਆ, ਫਿਰ ਗੋਲੀਆਂ ਚੱਲਦੀਆਂ। ਉੱਥੇ ਇੱਕ ਮੁੰਡਾ ਜ਼ਖਮੀ ਹੁੰਦਾ ਜਿਹੜਾ ਅਜੀਤ ਸਿੰਘ ਆ, ਉਹ ਉੱਥੇ ਜ਼ਖਮੀ ਹੁੰਦਾ ਤੇ ਉਸੇ ਤਰ੍ਹਾਂ ਹੀ 14 ਨੂੰ ਫਿਰ ਉਹ ਜਦੋਂ ਮਾਰਨਿੰਗ ਟਾਈਮ ਉੱਥੇ ਗੋਲੀਬਾਰੀ ਹੋਣ ਤੋਂ ਬਾਅਦ, ਜ਼ਖਮੀ ਹੋਣ ਤੋਂ ਬਾਅਦ ਤਕਰੀਬਨ 9 ਵਜੇ ਜਿਹੜਾ ਫਿਰ ਉਹ ਪੁਲਿਸ ਇੱਧਰ ਨੂੰ ਆਉਂਦੀ ਆ ਚਰਨਜੀਤ ਸ਼ਰਮੇ ਦੀ ਅਗਵਾਈ ਦੇ ਵਿੱਚ। ਉੱਥੇ ਉਮਰਾ ਨੰਗਲ ਹੁੰਦਾ ਜਿਹੜਾ IG ਆ। ਫਿਰ ਇੱਥੇ ਲੰਗਰ ਜਿਹੜਾ ਵਰਤਾ ਰਹੇ ਹੁੰਦੇ ਆ ਪਿਤਾ ਜੀ ਤੇ ਬਾਕੀ ਹੋਰ ਸੰਗਤ ਹੁੰਦੀ ਨਾਲ, ਤੇ ਉਹਦੇ ਵਿੱਚ ਆ ਕੇ ਸਿੱਧੀਆਂ ਗੋਲੀਆਂ ਮਾਰਦੇ ਆ ਬਾਈ ਗੁਰਜੀਤ ਦੇ, ਤੇ ਪਿਤਾ ਜੀ ਤੇ ਗੋਲੀ ਲੱਗਦੀ ਆ ਤੇ ਉਹ ਸ਼ਹੀਦ ਹੋ ਜਾਂਦੇ ਆ। ਇਹ ਕਹਾਣੀ ਹੈ ਜਿਹੜੀ ਉਸ ਦਿਨ ਦੀ ਕਹਾਣੀ ਹੈ। ਬਿਲਕੁਲ 1 ਜੂਨ 2015 ਤੋਂ ਲੈ ਕੇ ਜਿਹੜੀ ਕਹਾਣੀ ਆ 14 ਅਕਤੂਬਰ 2015 ਤੇ ਆ, ਉਦੋਂ ਗੋਲੀ ਜਿਹੜੀ ਆ ਚੱਲਦੀ ਆ ਤੇ ਸ਼ਹੀਦੀ ਹੁੰਦੀ ਆ। ਉਸ ਦਿਖਾਂਤ ਆ ਜਿਹੜਾ ਉਹ ਤਕਰੀਬਨ 1 ਜੂਨ ਤੋਂ ਸ਼ੁਰੂ ਹੋ ਕੇ 14 ਅਕਤੂਬਰ 2015 ਤੇ ਆ ਕੇ ਗੋਲੀ ਦੇ ਨਾਲ ਜਿਹੜਾ ਰੁਕਦਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਰੋਹ ਆ ਸੰਗਤਾਂ 'ਚੋਂ ਵੱਧਦਾ ਧਰਨੇ ਇਨਸਾਫ ਦੇ ਲਈ, ਜਿਹੜਾ ਇਨਸਾਫ ਦੇ ਲਈ ਲਾ ਲਓ। ਉਸ ਤੋਂ ਬਾਅਦ ਬੇਅਦਬੀਆਂ ਵੀ ਹੁੰਦੀਆਂ। 12 ਤੇ ਬੇਅਦਬੀ ਰੁਕਦੀ ਨਹੀਂ ਆ, ਉਸ ਤੋਂ ਬਾਅਦ ਵੀ ਹੁੰਦੀਆਂ। ਮਲਕੇ ਦੀ ਹੁੰਦੀ ਆ, ਭਗਤੇ ਦੀ ਹੁੰਦੀ ਆ, ਹੋਰ ਬੇਅਦਬੀਆਂ ਹੁੰਦੀਆਂ, ਤਾਂ ਜਿਹਦੇ ਵਿੱਚ ਸੰਗਤਾਂ ਦੇ ਵਿੱਚ ਰੋਹ ਜ਼ਿਆਦਾ ਵੱਧਦਾ। ਸੰਸਕਾਰ ਆ ਜਿਹੜੇ ਉਹ 2 ਦਿਨ ਰੁਕ ਕੇ ਕੀਤੇ ਜਾਂਦੇ ਆ। ਬੇਅਦਬੀਆਂ ਦੇ ਲਈ ਫਿਰ ਪ੍ਰੋਟੈਸਟ ਕੀਤੇ ਜਾਂਦੇ ਆ। ਨਵੀਂ ਸਰਕਾਰ ਬਣਾਉਣ ਦੇ ਲਈ ਜਿਹੜੇ ਉਸ ਟਾਈਮ ਦੇ ਰਾਜਨੀਤਿਕ ਲੋਕ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦੇ ਆ। ਸਰਕਾਰਾਂ ਵੀ ਇਸ ਇਸ਼ੂ ਦੇ ਵਿੱਚੋਂ ਨਿਕਲ ਕੇ ਆਉਂਦੀਆਂ, ਪਰ ਇਨਸਾਫ 7 ਸਾਲ ਦਾ ਇਹਨਾਂ ਅਦਾਲਤਾਂ ਦੀਆਂ ਅਕਾਲ ਕੋਠੜੀਆਂ ਦੇ ਵਿੱਚ ਬੰਦ ਹੈ, ਫਾਈਲਾਂ ਦੇ ਵਿੱਚ ਬੰਦ ਆ। ਫਾਈਲਾਂ ਦੱਬੀਆਂ ਹੋਈਆਂ ਜਾਂ ਕਾਨੂੰਨ ਦੇ ਰਾਖੇ ਜਿਹੜੇ ਸਰਕਾਰ ਬਣਾ ਕੇ ਉਹ ਸਰਕਾਰ ਬਣਾਉਣ ਤੋਂ ਪਹਿਲਾਂ ਦਿਖਦਾ ਹੁੰਦਾ ਸਾਰਾ ਕੁਝ, ਸਰਕਾਰ ਬਣਾਉਣ ਤੋਂ ਬਾਅਦ ਅੱਜ ਇੰਨੇ ਕੁ ਅੰਨੇ ਹੋਏ ਆ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ। ਅੱਜ 7.5 ਸਾਲ ਦਾ ਸਮਾਂ, 7 ਸਾਲ ਦਾ ਬੀਤ ਗਿਆ ਬੇਅਦਬੀ ਨੂੰ ਲਗਾਤਾਰ
ਤੇ ਲਗਾਤਾਰ ਦੋਸ਼ੀ ਆ ਜਿਹੜੀ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਬੇਅਦਬੀਆਂ ਵੱਧਦੀਆਂ ਜਾ ਰਹੀਆਂ, ਪਰ ਇਨਸਾਫ ਆ ਦੋਸ਼ੀਆਂ ਤੇ ਕਾਰਵਾਈ ਆ ਉਹ ਕੋਈ ਨਹੀਂ ਹੋ ਰਹੀ। ਇੱਕ ਚੀਜ਼ ਹੋਰ ਹੈ ਜੀ, ਜਦੋਂ ਪੁਲਿਸ ਦਾ ਤੁਹਾਨੂੰ ਪਤਾ ਬਹੁਤੇ ਬਿਆਨਾਂ 'ਚ ਪੁਲਿਸ ਨੇ ਇਹੀ ਚੀਜ਼ ਕਹੀ ਆ ਕਿ ਅਸੀਂ ਤਾਂ ਸੈਲਫ ਡਿਫੈਂਸ ਵਾਸਤੇ ਗੋਲੀ ਚਲਾਈ ਆ, ਹੈ ਨਾ, ਮਤਲਬ ਸਾਡਾ ਉਹ ਮਕਸਦ ਨਹੀਂ ਸੀਗਾ। ਜੇ ਜਾਪ ਕਰਦਿਆਂ ਨੂੰ ਇਹ ਘਾਤਕ ਸਮਝਦੇ ਆ ਤਾਂ ਹਰ ਇੱਕ ਸਿੱਖ ਬਾਣੀ ਪੜ੍ਹਦਾ ਹੈ। ਸਾਡੇ ਗੁਰੂ ਘਰਾਂ 'ਚ ਵੀ ਬਾਣੀ ਪੜ੍ਹਾਈ ਜਾਂਦੀ ਆ, ਸਾਡੇ ਘਰਾਂ ਦੇ ਵਿੱਚ ਅਸੀਂ ਨਿਤਨੇਮ ਕਰਦੇ ਆ, ਤਾਂ ਇਹਦਾ ਮਤਲਬ ਸਾਡੀ ਬਾਣੀ ਪੜ੍ਹਨਾ ਵੀ ਇਹਨਾਂ ਲਈ ਇੱਕ ਹਥਿਆਰ ਦੀ ਤਰ੍ਹਾਂ। ਤੁਸੀਂ ਸੀਸੀਟੀਵੀ ਵੀਡੀਓ ਕੱਢ ਕੇ ਦੇਖੋ, ਹੀ 14 ਅਕਤੂਬਰ 2015 ਦੀ ਜਿਹੜੀ ਸੀਸੀਟੀਵੀ ਚੌਂਕਦੀ ਆ ਤੇ ਉੱਥੇ ਜਾਪ ਕਰਨ ਤੋਂ ਇਲਾਵਾ ਤੁਹਾਨੂੰ ਮਿਲੂਗਾ ਹੀ ਕੁਝ ਨਹੀਂ। ਪੁਲਿਸ ਨੇ ਪਹਿਲ ਕੀਤੀ ਆ ਗੰਦੇ ਪਾਣੀ ਦੀਆਂ ਵਿਛਾੜਾਂ, ਜੇ ਉੱਥੇ ਜਾਪ ਕਰ ਰਹੇ ਆ ਤੇ ਤੁਸੀਂ ਉੱਤੇ ਆ ਕੇ ਗੱਡੀਆਂ ਲਾ ਦਿਓ, ਪਾਣੀ ਦੀਆਂ ਵਿਛਾੜਾਂ ਵਾਲੀਆਂ ਲਾ ਦਿਓ, ਗੰਨਾ ਬੀੜ ਕੇ ਗੱਡੀਆਂ ਤੇ ਤੁਸੀਂ ਲਾ ਦਿਓ, ਸਿੱਧੀਆਂ ਗੋਲੀਆਂ ਚਲਾ ਦਿਓ, ਤਾਂ ਇਹ ਕਿੱਥੋਂ ਦੀ ਸੈਲਫ ਡਿਫੈਂਸ ਹੋ ਗਈ? ਜਾਂ ਇਹ ਸੈਲਫ ਡਿਫੈਂਸ ਤਾਂ ਉਹ ਹੋਵੇ ਨਾ ਵੀ ਇਹ ਦੂਜੇ ਦੇਸ਼ ਦੀ ਆਰਮੀ ਹੋਵੇ ਜਾਂ ਦੂਜੇ ਦੇਸ਼ ਦੇ ਲੋਕ ਹੋਣ, ਦੋਨੇ ਪਾਸੇ ਹਥਿਆਰ ਹੋਣ, ਦੋਨੇ ਪਾਸੇ ਹਥਿਆਰ ਵੀ ਹੋਣ। ਸਾਡੇ ਤਾਂ ਆਗੂ ਕਹੀ ਜਾਂਦੇ ਹਥਿਆਰ ਪਾਸੇ ਰੱਖ ਦਿਓ, ਹਾਲਾਂਕਿ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਦੀ ਬਖਸ਼ ਕੀਤੀ ਆ, ਖਾਲਸੇ ਦਾ ਰੂਪ ਆ ਸ਼ਸਤਰ ਰੱਖਣਾ ਜਿਹੜਾ, ਤੇ ਉਹ ਵੀ ਸਾਡੇ ਤਾਂ ਉੱਥੇ ਉਦੋਂ ਨੁਮਾਇੰਦੇ ਜਿਹੜੇ ਅਗਵਾਈ ਕਰਦੇ ਸੀ ਉਹਨਾਂ ਨੇ ਕਹਿਤਾ ਸੀਗਾ ਵੀ ਸ੍ਰੀ ਸਾਹਿਬ ਪਾਸੇ ਰੱਖ ਦਿਓ ਵੱਡੇ, ਤਾਂ ਉਹ ਵੀ ਪਾਸੇ ਸੀਗੇ, ਡਾਂਗ ਸੋਟੇ ਹੀ ਪਾਸੇ ਸੀ। ਬਾਣੀ ਪੜ੍ਹਦੇ ਤੇ ਤੁਸੀਂ ਗੰਦੇ ਪਾਣੀ ਦੀਆਂ ਵਿਛਾੜਾਂ ਕੀਤੀਆਂ, ਬਾਣੀ ਪੜ੍ਹਦੇ ਤੁਸੀਂ ਗੋਲੀਆਂ ਚਲਾਤੀਆਂ, ਤੇ ਸੈਲਫ ਡਿਫੈਂਸ ਦੀ ਗੱਲ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਕਿਤੇ ਦੋ ਦੇਸ਼ਾਂ ਦੀ ਲੜਾਈ ਲੱਗੀ ਹੁੰਦੀ ਹੈ। ਤੇ ਲੜਾਈ ਕਾਹਦੀ ਸੀ? ਸਾਡੇ ਇਸ਼ਟ ਦੀ ਬੇਅਦਬੀ ਹੋਈ ਆ, ਹਾਲਾਂਕਿ ਚਾਹੀਦਾ ਤਾਂ ਸਰਕਾਰ ਨੂੰ ਵੀ ਵਿੱਚ ਬੈਠਣਾ ਸੀਗਾ, ਦਬਾਅ ਪਾਉਣ ਵਾਸਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵਿੱਚ ਬੈਠਣਾ ਚਾਹੀਦਾ ਸੀ, ਸਰਕਾਰ ਨੂੰ ਆ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਸੀ ਵੀ ਅਸੀਂ ਵੀ ਤੁਹਾਡੇ ਨਾਲ ਹੀ ਆ। ਉਹਨਾਂ ਟਾਈਮ ਬੈਠੇ ਜਿੰਨਾ ਟਾਈਮ ਇਹ ਪ੍ਰਸ਼ਾਸਨ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦਾ, ਚਾਹੇ ਬੇਅਦਬੀ ਹੈ ਚਾਹੇ ਗੋਲੀ ਕਾਂਡ ਵਾਲੇ ਆ। ਤੇ ਪਰ ਉੱਥੇ ਤਾਂ ਉਲਟ ਕਰਦੇ, ਦਾ ਵੀ ਗੁੱਸਾ ਠੰਡਾ ਹੁੰਦਾ। ਬਿਲਕੁਲ ਬਾਈ ਜੀ, ਜਦੋਂ ਬੇਅਦਬੀ ਹੋ ਗਈ, ਸਿੱਖ ਸਟੇਟ ਹੋਵੇ, 80% ਸਿੱਖ ਹੋਣ ਤੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਵੇ ਤੇ ਸਿੱਖਾਂ ਤੇ ਡਾਂਗ ਚੱਲੇ, ਸਿੱਖਾਂ ਦੀ ਗੋਲੀਆਂ ਵਰਨ, ਤਾਂ ਕਿੱਥੋਂ ਦੀ ਸੈਲਫ ਡਿਫੈਂਸ ਆ ਤੇ ਕਿੱਥੋਂ ਦਾ ਇਨਸਾਫ ਹੈ? ਕਿੱਥੋਂ ਦੀ ਗੱਲ ਕਰਾਂਗੇ ਆਪਾਂ ਵੀ ਸਾਡੇ ਰਾਜ ਦੇ ਵਿੱਚ ਸਿੱਖਾਂ ਦਾ ਹੀ ਰਾਜ ਹੋਵੇ? ਉਹੀ ਗੱਲ ਆ, ਮਤਲਬ ਤਾਂ ਅਕਾਲੀ ਦਲ ਦਾ ਰਾਜ ਸੀਗਾ, ਸਿੱਖ ਪਰਿਵਾਰ ਨੁਮਾਇੰਦਗੀ ਕਰਦਾ ਤੇ ਉਹਦੇ ਵਿੱਚ ਬੇਅਦਬੀ ਹੁੰਦੀ ਹੈ, ਤੇ ਬੇਅਦਬੀ ਦੋਸ਼ੀਆਂ ਨੂੰ ਲੱਭਣ ਦੀ ਬਜਾਏ ਗੋਲੀਆਂ ਇਨਸਾਫ ਮੰਗਣ ਵਾਲਿਆਂ ਤੇ ਹੋਣ, ਤਾਂ ਫਿਰ ਸਮਝ ਸਕਦੇ ਆ ਵੀ ਇਹ ਸਾਡੇ ਲਈ ਨਹੀਂ ਸੀਗਾ। ਫਿਰ ਵੀ 7 ਸਾਲ ਦੀ ਸਿੱਖ ਹੀ ਰਾਜ ਕਰੀ ਆਉਂਦੇ ਆ, ਪਾਰਟੀਆਂ ਪਾਸੇ ਰੱਖ ਦਿਓ, ਹੈ ਤਾਂ ਸਿੰਘ ਹੀ, ਸਿੰਘ ਬਿਲਕੁਲ ਲੱਗਦਾ ਤਾਂ ਸਿੱਖ ਹੀ ਹੈ ਨਾਮ। ਉਸੇ ਗੁਰੂ ਦਾ ਓਟ ਆਸਰਾ ਲੈ ਕੇ ਤੁਸੀਂ ਕਹਿੰਦੇ ਹੋ ਸਾਨੂੰ ਕਾਮਯਾਬ ਕਰਨਾ, ਸਾਨੂੰ ਵੋਟਾਂ ਵੱਧ ਪਾਉਣੀਆਂ, ਸਾਡੀ ਰਾਜ ਸਾਡਾ ਸਰਕਾਰ ਆਵੇ, ਉੱਥੇ ਤੁਸੀਂ ਨੱਕ ਰਗੜਦੇ ਹੋ, ਜਦੋਂ ਤੁਹਾਡਾ ਰਾਜ ਆ ਜਾਂਦਾ ਉਦੋਂ ਤੁਹਾਨੂੰ ਦਿਸਣੋਂ ਹਟ ਜਾਂਦਾ। ਸੋ ਇਹ ਗੱਲ ਇੱਕ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹਨੂੰ ਲਾਂਭੂ ਲਾਉਣ ਲਈ, ਡੇਰੇਦਾਰਾਂ ਨੂੰ ਬੜਾਵਾ ਦੇਣ ਦੇ ਲਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਿਖਾਂਤ ਵਾਰਿਆ ਗਿਆ, ਉਹਨਾਂ ਏਜੰਸੀਆਂ ਦੀ ਸ਼ਹਿ ਤੇ ਜਾਂ ਉਹਨਾਂ ਡੇਰੇਦਾਰਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਇਦਾਂ ਦਾ ਦੁਖਾਂਤ ਪੰਜਾਬ ਦੇ ਵਿੱਚ ਸਰਕਾਰਾਂ ਦੀ ਸ਼ਹਿ ਤੇ ਵਾਪਰਿਆ, ਜਿਹਦੇ ਨਾਲ ਪਰਿਵਾਰ ਦਾ ਵੀ ਨਿੱਜੀ ਤੌਰ ਤੇ ਘਾਣ ਹੋਇਆ, ਸਿੱਖ ਕੌਮ ਦਾ ਵੀ। ਸਿੱਖ ਕਿਤੇ ਨਾ ਕਿਤੇ ਇੱਕ ਫਲਸਫਾ, ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਸਿੱਖ ਆ ਉਹ ਕਿਸੇ ਹੋਰ ਪਾਸੇ ਨਹੀਂ ਜਾਂਦਾ, ਗੁਰੂ ਨੂੰ ਗ੍ਰੰਥ ਮੰਨਦਾ, ਗ੍ਰੰਥ ਗੁਰੂ ਨੂੰ ਆਪਣਾ ਗੁਰੂ ਮੰਨਦਾ, ਤੇ ਸ਼ਬਦ ਗੁਰੂ ਸਾਡਾ ਗੁਰੂ ਆ, ਤਾਂ ਉਹਨੂੰ ਕਿਤੇ ਨਾ ਕਿਤੇ ਸਰੀਰਾਂ ਨਾਲ ਜੋੜਨ ਦੀ ਗੱਲ ਕੀਤੀ ਗਈ ਹੈ। ਕਿਉਂਕਿ ਉਹ ਇੱਕ ਬੰਦੇ ਦੇ ਫਿਲਮ ਰਿਲੀਜ਼ ਹੋਵੇ ਜਿਹਨੂੰ ਬਾਬਾ ਕਹਿੰਦੇ ਆ, ਬਲਾਤਕਾਰੀ ਆ, 4 ਉੱਤੇ ਕੇਸ ਚੱਲੀ ਜਾਂਦੇ, ਉਹਦੀ ਫਿਲਮ ਰਿਲੀਜ਼ ਹੋਵੇ ਤੇ ਉਹਦੇ ਪੋਸਟਰਾਂ ਤੇ ਪੁਲਿਸ ਲਾਈ ਜਾਂਦੀ ਆ, ਸਿਕਿਉਰਿਟੀ ਲਾਈ ਜਾਂਦੀ ਆ, ਤੇ ਸਾਡੇ ਗੁਰੂ ਦੀ ਪੋਸਟਰ ਨਾ ਪਾੜ ਦੇਣ, ਇੱਕ ਪੇਪਰ ਨਾ ਪਾੜ ਜੇ, ਉਹਦੇ ਤੇ ਸਿਕਿਉਰਿਟੀ ਲਾ ਕੇ ਉਹਦੀ ਰੱਖਿਆ ਕੀਤੀ ਜਾਂਦੀ ਹੈ। ਤੇ ਸਾਡੇ ਗੁਰੂ ਦੀ ਬੇਅਦਬੀ ਕਰਨ ਲਈ ਸਰੂਪ ਚੋਰੀ ਹੋਏ ਨੂੰ 4 ਮਹੀਨੇ ਹੋ ਗਏ, 1 ਜੂਨ 2015 ਤੋਂ ਲੈ ਕੇ 14 ਅਕਤੂਬਰ ਤੱਕ 3-4 ਮਹੀਨੇ ਦਾ ਵਕਫਾ ਪੈਂਦਾ, ਤੇ ਉਦੋਂ ਤੱਕ ਪੁਲਿਸ ਦੀ ਕੋਈ ਕਾਰਵਾਈ ਨਹੀਂ ਰਹਿੰਦੀ। ਸੋ ਇਹ ਸਿੱਧਾ ਸਾਫ਼ ਡੇਰੇ ਦੇ ਹੱਕ 'ਚ ਭੁਗਤਿਆ ਗਿਆ। ਇਸ ਸਿਸਟਮ ਵੱਲੋਂ ਕਿਤੇ ਨਾ ਕਿਤੇ ਸ਼ਬਦ ਗੁਰੂ ਨਾਲੋਂ ਤੋੜਨ ਦੀ ਜਿਹੜੀ ਪ੍ਰਕਿਰਿਆ ਸਿੱਖਾਂ ਦੇ ਲਈ ਸ਼ੁਰੂ ਕੀਤੀ ਗਈ ਸੀ। ਜਿਹੜੀਆਂ ਪੁਰਾਣੀਆਂ ਦੋਨੋਂ ਸਰਕਾਰਾਂ ਸੀਗੀਆਂ, ਤੁਹਾਨੂੰ ਪਤਾ ਕਿ ਇਸ ਮਸਲੇ ਦੇ ਉੱਤੇ ਵੀ ਬਹੁਤ ਜ਼ਿਆਦਾ ਸਿਆਸਤ ਹੋਈ ਕਿ ਬੇਅਦਬੀ ਕਰਾਉਣ ਵਾਲੇ ਦਾ ਕੱਖ ਨਾ ਰਵੇ। ਉਸ ਤੋਂ ਬਾਅਦ ਨਵੀਂ ਸਰਕਾਰ ਆ ਜਾਂਦੀ ਹੈ। ਇਸ ਸਰਕਾਰ ਦਾ ਰੋਲ ਜਾਂ ਇਹਨਾਂ ਨੇ ਜਿਵੇਂ 2 ਮਹੀਨੇ 3 ਮਹੀਨੇ ਦਾ ਵਾਅਦਾ ਕੀਤਾ, ਹੁਣ ਤੱਕ ਮਤਲਬ ਲਗਾਤਾਰ ਇਨ ਟੱਚ ਨੇ ਤੁਹਾਡੇ? ਦੇਖੋ ਬਾਈ, ਆਪਾਂ ਗੱਲ ਕਰੀਏ ਜੇ ਸਰਕਾਰਾਂ ਦੀ, ਇਹ ਸਿਰਫ ਰਾਜਨੀਤਿਕ ਰੋਟੀਆਂ ਸੇਕਦੀਆਂ। ਇਹਨਾਂ ਨੂੰ ਪੰਜਾਬ ਦੇ ਵਿੱਚ ਮੁੱਦਾ ਚਾਹੀਦਾ, ਉਹ ਕੋਈ ਵੀ ਹੋਵੇ। 84 ਦਾ ਮੁੱਦਾ ਚੱਲੀ ਆਉਂਦਾ ਸੀ, ਕਾਂਗਰਸ ਨੇ ਕਰਾਇਆ, ਦੂਜੀਆਂ ਧਿਰਾਂ 84 ਕਰਦੀਆਂ, ਵੋਟਾਂ ਮੰਗਦੀਆਂ ਸੀ। ਆਏ ਵੋਟਾਂ ਦੇ ਟਾਈਮ, ਹਰ ਵਾਰੀ ਜਦੋਂ ਵੋਟਾਂ ਆਉਣੀਆਂ, ਦੂਜੇ SYL ਦਾ ਮੁੱਦਾ ਚੱਕਦੇ ਜਦੋਂ ਵੋਟਾਂ ਆਉਣੀਆਂ। SYL ਨਹਿਰ ਇਸ ਤਰ੍ਹਾਂ ਬੰਦ ਆ, ਪਰ ਇਸ ਤਰ੍ਹਾਂ ਪਾਣੀ ਤਾਂ ਜਾ ਰਿਹਾ ਨਾ, ਜੇ ਉਹ ਮਤਲਬ ਥੋੜਾ ਜਿਹਾ ਟੋਟਾ ਬੰਦ ਆ, ਉਹਦੇ ਤੇ ਇਤਰਾਜ਼ ਆ, ਪਰ ਪਾਣੀ ਜਾ ਰਿਹਾ। ਗੱਲ ਤਾਂ ਇਹ ਹੋਵੇ ਨਾ ਵੀ ਪਾਣੀ ਰੁਕਿਆ ਹੋਵੇ, ਫਿਰ ਤਾਂ ਰਾਜਨੀਤੀ ਵੀ ਚੰਗੀ ਲੱਗਦੀ ਹੈ।
ਰਾਜਨੀਤੀ ਉਸ ਤਰ੍ਹਾਂ ਦੀ ਕਰ ਰਿਹਾ, ਲੋਕਾਂ ਦੇ ਸੈਂਟੀਮੈਂਟ ਲਾਣਾ ਉਹਨਾਂ ਨਾਲ ਜੋੜ ਕੇ, ਉਹਨਾਂ ਦੀਆਂ ਭਾਵਨਾਵਾਂ ਜੋੜ ਕੇ। ਹੁਣ ਕੀ ਆ, ਹੁਣ ਬੇਅਦਬੀ ਹੋ ਗਈ ਆ, ਬੇਅਦਬੀ ਉਹਦੇ ਦੂਜਿਆਂ ਦੇ ਰਾਜ 'ਚ ਹੋਈ ਆ, ਉਹਨਾਂ ਨੂੰ ਉਹ 84 ਵਾਲਿਆਂ ਨੂੰ ਬਹਾਨਾ ਮਿਲ ਗਿਆ, ਇਹ 84 ਵਾਲੀ ਗੱਲ ਕਰੀ ਜਾਂਦੇ ਆ। ਤੇ ਹੁਣ ਤੀਜਿਆਂ ਤੇ ਇੱਕ ਨਵੀਂ ਗੱਲ ਹੋਰ ਆ ਟੁੱਟੀ ਆ ਕਿ ਗੈਂਗਵਾਰ ਪੰਜਾਬ ਦੇ ਵਿੱਚ ਵਧੀ ਹੋਈ ਆ। ਪਿੱਛੇ ਜੇ ਦਿਖਾਂਤ ਇੱਕ ਪੰਜਾਬ ਦਾ ਗੱਭਰੂ ਨੌਜਵਾਨ ਗਿਆ, ਹੁਣ ਰਾਜਨੀਤੀ ਉਹਦੇ ਸਿਵਿਆਂ ਤੇ ਚੱਲ ਪਈ ਆ। ਮੈਂ ਇੱਕ ਲਿਖ ਕੇ ਵੀ ਪਾਇਆ ਸੀ ਤੇ ਇੱਕ ਵੀਡੀਓ ਵੀ ਜਨਤਕ ਹੋਈ ਸੀ, ਉਹ 'ਚ ਕਿਹਾ ਸੀ ਵੀ ਜੋ ਦਿਖਾਂਤ ਅੱਜ ਤੋਂ 7 ਸਾਲ ਪਹਿਲਾਂ ਸਾਡੇ ਘਰੇ ਵਾਪਰਿਆ ਸੀ, ਇੱਕ ਬੇਅਦਬੀ ਨੂੰ ਲੈ ਕੇ ਗੋਲੀकांड ਹੁੰਦਾ ਤੇ ਮੇਰੇ ਪਿਤਾ ਦੀ ਜਾਨ ਜਾਣੀ, ਇਹਨਾਂ ਰਾਜਨੀਤਿਕ ਲੋਕਾਂ ਦਾ ਉੱਥੇ ਗੇੜਾ ਬੰਨਣਾ ਉਹ ਵੋਟਾਂ ਦੇ ਲਈ ਸੀ। ਉਹੀ ਸੇਮ ਚੀਜ਼ ਚਲੋ ਜਾਨ ਵੀਰ ਦੀ ਕਿਸੇ ਹੋਰ ਸੰਦਰਭ 'ਚ ਗਈ ਹੈ, ਉਹ ਮੈਨੂੰ ਨਹੀਂ ਪਤਾ। ਹਾਂ, ਪਰਿਵਾਰਕ ਮੈਂਬਰ ਚਲਾ ਗਿਆ ਤੇ ਉੱਥੇ ਰਾਜਨੀਤਿਕ ਲੋਕਾਂ ਦਾ ਜਾਣਾ, ਉਹ ਅੱਜ ਵੀ ਤੁਸੀਂ ਦੇਖਿਆ ਕਿੱਡੇ ਮਤਲਬ ਸ਼ਰਮਨਾਕ ਬਿਆਨ ਹੋਣੇ ਕਿ ਵੋਟਾਂ ਦੀ ਚੋਣ ਲੜਾਈ ਜਾਵੇ ਇਹਨਾਂ ਦੇ ਪਰਿਵਾਰ ਨੂੰ। ਉਹ ਆਪਣੇ ਤੇ ਵੀ ਹੋਊਗਾ ਸੀ। ਇਹ ਲੋਕ ਸਿਰਫ ਰਾਜਨੀਤੀ ਤੱਕ ਸੀਮਤ ਰਹਿੰਦੇ ਆ। ਜਿਹੜੇ ਬੰਦਿਆਂ ਨੇ ਗੁਟਕਾ ਸਾਹਿਬ ਦੀ ਹੱਥ 'ਚ ਫੜ ਕੇ ਸਹੁੰ ਖਾਧੀ ਕਿ ਸਾਨੂੰ ਪਤਾ ਇਹ ਕਿਹਨੇ ਕੀਤਾ, ਕਿਹਨੇ ਕਰਾਇਆ ਤੇ ਅਸੀਂ ਇਹਨੂੰ ਸਜ਼ਾ ਦੇਵਾਂਗੇ, ਉਹ ਬੰਦੇ 4.5 ਸਾਲ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਤੇ 4.5 ਸਾਲ ਬਾਅਦ ਉਹਨਾਂ ਦੀ ਪਾਰਟੀ ਨੂੰ ਇਹ ਕਹਿ ਕੇ ਪਾਸੇ ਕਰਨਾ ਪਿਆ ਕਿ ਇਹਨਾਂ ਨੇ ਬੇਅਦਬੀ ਦਾ ਇਨਸਾਫ ਨਹੀਂ ਕੀਤਾ। ਜਿਹੜੇ ਨੂੰ ਲਾਇਆ ਤੇ ਇਨਸਾਫ ਉਹ ਤੋਂ ਵੀ ਨਹੀਂ ਹੋਇਆ ਤਾਂ ਫਿਰ ਲੋਕਾਂ ਨੇ ਉਹ ਦੋਨੇ ਧਿਰਾਂ ਹੀ ਪਾਸੇ ਕਰਤੀਆਂ। ਕਿਉਂਕਿ ਲੋਕ ਅੱਜ ਸਿਆਣੇ ਹੋ ਚੁੱਕੇ ਆ, ਜਿਹੜੇ ਰਾਜਨੀਤੀ ਕਰਦੇ ਆ ਉਹਨਾਂ ਨੂੰ ਕਿਨਾਰਾ ਕਰਨਾ ਜਾਣਦੇ ਆ ਲੋਕ ਉਹਨਾਂ ਦਾ। ਸੋ ਉਸੇ ਤਰ੍ਹਾਂ ਹੀ ਜਿਵੇਂ 3 ਮਹੀਨਿਆਂ ਦਾ ਸਮਾਂ ਨਵੀਂ ਸਰਕਾਰ ਨੇ ਆਪਾਂ ਨੂੰ ਇਸ ਚੀਜ਼ ਦੇ ਵਿੱਚ ਦਿੱਤਾ ਹੈ, ਮੋਰਚਾ ਚੱਲਦੇ ਨੂੰ ਅੱਜ 179-80 ਦਿਨ ਹੋ ਗਏ ਆ। ਕਾਂਗਰਸ ਦੇ ਰਾਜ ਵਿੱਚ ਲੱਗਿਆ ਸੀ, ਨਵੀਂ ਸਰਕਾਰ ਦੇ ਵਿੱਚ ਜਿਹੜੀ ਚੰਨੀ ਦੀ ਸਰਕਾਰ ਇਸ ਚੀਜ਼ ਨੂੰ ਲੈ ਕੇ ਬਣਾਈ ਗਈ ਸੀ, ਕਿਉਂਕਿ ਉਹ ਤਾਂ ਸੀਗਾ ਇਹਨਾਂ ਨੇ ਪਹਿਲਾ ਮੋਰਚਾ ਵੀ ਕਾਂਗਰਸ ਨੇ ਚੁਕਾਇਆ ਸੀ ਕੁਝ ਕੁ ਸਮਾਂ ਲੈ ਕੇ ਬਗਰਾੜੀ ਦਾ, ਤੇ ਉਸ ਤੋਂ ਬਾਅਦ ਜਿਹੜਾ ਮੋਰਚਾ ਲਾਇਆ ਤਾਂ ਗਿਆ, ਉਹ ਸਮਾਂ ਵੀ ਟੱਪ ਜਾਂਦਾ ਹੈ, ਆਗੂ ਵੀ ਸਾਡੇ ਉਹ ਦਿਖਦੇ ਨਹੀਂ ਆ ਮੋਰਚਾ ਚੱਕਣ ਵਾਲੇ, ਤਾਂ ਕੇਸ ਵੀ ਠੰਡੇ ਪੈ ਜਾਂਦੇ ਆ, ਤਾਂ ਸਰਕਾਰਾਂ ਵੀ ਕੰਮ ਨਹੀਂ ਕਰਦੀਆਂ। ਲੋਕਾਂ ਨੂੰ ਜਗਾਉਣ ਦੇ ਲਈ, ਸਰਕਾਰਾਂ ਨੂੰ ਦੱਸਣ ਦੇ ਲਈ ਇਹ ਮੋਰਚਾ ਚਲਾਇਆ ਸੀ, ਪਰ ਇਹ ਨਹੀਂ ਪਤਾ ਸੀਗਾ ਵੀ ਇਹ 2 ਸਰਕਾਰਾਂ ਨੂੰ, 3 ਨੂੰ ਨੰਗਿਆਂ ਕਰਕੇ ਜਾਊਗਾ। ਉਸੇ ਤਰ੍ਹਾਂ ਹੀ ਅੱਜ ਆਪ ਦੀ ਸਰਕਾਰ 3 ਮਹੀਨੇ ਦਾ ਸਮਾਂ ਜੇ ਲੈ ਕੇ ਗਈ ਹੈ ਤਾਂ 2 ਮਹੀਨੇ ਉਹਨਾਂ ਦੇ ਲੰਘ ਚੁੱਕੇ ਆ, 1 ਮਹੀਨਾ ਬਾਕੀ ਆ। ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਕਿ ਜੋ ਹਸ਼ਰ ਪਿਛਲੀਆਂ 2 ਸਰਕਾਰਾਂ ਦਾ ਹੋਇਆ ਇਸ ਇਸ਼ੂ ਨੂੰ ਲੈ ਕੇ, ਤੇ ਤੁਹਾਡਾ ਉਦੋਂ ਮਾੜਾ ਹਸ਼ਰ ਹੋਊਗਾ ਜੇ ਤੁਸੀਂ ਵੀ ਇਸ 3 ਮਹੀਨਿਆਂ ਦੇ ਵਿੱਚ ਨਾ ਕੁਛ ਕੀਤਾ, ਨਾ ਪੰਜਾਬ ਦੇ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਈ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਨਹੀਂ ਸਹਾਰਦੇ, ਅੱਜ ਵੀ ਅੰਦਰੋਂ ਅੰਦਰੀ ਕਲਪਦੇ। ਅੱਜ ਵੀ ਅਰਦਾਸਾਂ ਬੇਨਤੀਆਂ ਹਰ ਇੱਕ ਘਰ 'ਚ ਹੁੰਦੀਆਂ, ਹਰ ਇੱਕ ਗੁਰੂ ਘਰਾਂ ਦੇ ਵਿੱਚ ਹੁੰਦੀਆਂ ਕਿ ਬੇਅਦਬੀਆਂ ਦਾ ਇਨਸਾਫ ਹੋਵੇ। ਤੁਸੀਂ ਉਹਨਾਂ ਦੇ ਜ਼ਖਮਾਂ ਤੇ ਮੱਲਮ ਨਾ ਲਾਈ ਤਾਂ ਤੁਹਾਡਾ ਉਦੋਂ ਮਾੜਾ ਹਸ਼ਰ ਹੋਊਗਾ। ਇੱਕ ਚੀਜ਼ ਹੋਰ ਸਾਫ਼ ਕਰੋ, ਜਿਹੜੀਆਂ ਸਮੇਂ ਦੀ ਸਰਕਾਰਾਂ ਸੀ, ਬੇਸ਼ੱਕ ਅਕਾਲੀ ਸਰਕਾਰ ਹੋਵੇ, ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਆ ਜਾਂਦੇ ਆ, ਕਾਂਗਰਸ ਦੇ ਵਿੱਚ ਵੀ 2 ਆ ਜਾਂਦੇ, ਕੈਪਟਨ ਸਾਹਿਬ ਵੀ ਆ ਜਾਂਦੇ, ਚੰਨੀ ਜੀ ਵੀ ਆ ਜਾਂਦੇ ਆ। ਇਹਨਾਂ ਨੇ ਜਿਹੜਾ ਮੁਆਵਜ਼ੇ ਦਾ ਵਾਅਦਾ ਕੀਤਾ ਸੀ, ਮੈਂ ਰਕਮ ਨਹੀਂ ਪੁੱਛਾਂਗਾ, ਉਹ ਉਸ ਤਰੀਕੇ ਨਾਲ ਤੁਹਾਨੂੰ ਮਿਲ ਗਿਆ ਸੀ ਜਾਂ ਉਹਦੇ ਵਿੱਚ ਵੀ ਇਹਨਾਂ ਨੇ ਸਿਆਸਤ ਕੀਤੀ ਆ? ਨਹੀਂ, ਦੇਖੋ ਜੀ, ਉਹ ਜਦੋਂ ਮੋਰਚਾ ਚੱਲਦਾ ਸੀ ਬਰਗਾੜੀ ਦੇ ਵਿੱਚ, ਉਦੋਂ ਮਿਲ ਗਿਆ ਸੀਗਾ। ਬਗਰਾੜੀ ਦੇ ਵਿੱਚ ਮੋਰਚਾ ਚੱਲਦਾ ਸੀਗਾ ਤੇ ਜਥੇਬੰਦੀਆਂ ਦੇ ਨਾਲ ਜਿਹੜੀ ਸਹਿਮਤੀ ਜਤਾ ਕੇ ਉਹ ਮੁਆਵਜ਼ੇ ਦੀ ਗੱਲ ਹੋਈ ਸੀ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਮੈਂਸ਼ਨ ਆ, ਉਹ ਜਿਹੜਾ ਮੁਆਵਜ਼ਾ ਮਿਲਿਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ, ਉਹਦੀ ਰਿਪੋਰਟ ਦੇ ਆਧਾਰ ਤੇ, ਕਿਉਂਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਜਿਹੜੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲਾਗੂ ਕੀਤੀ ਗਈ ਹੈ, ਉੱਤੇ ਬਹਿਸ ਵੀ ਹੋਈ ਹੈ, ਸੈਸ਼ਨ ਬੁਲਾਇਆ ਗਿਆ, ਬਕਾਇਦਾ ਸੈਸ਼ਨ ਦੇ ਵਿੱਚ ਗੱਲਬਾਤ ਕੀਤੀ ਗਈ ਹੈ, ਤੇ ਉਸ ਤੋਂ ਬਾਅਦ ਉਹ ਮੁਆਵਜ਼ਾ ਜਿਹੜਾ ਸਾਰਿਆਂ ਪਰਿਵਾਰਾਂ ਨੂੰ ਦਿੱਤਾ ਗਿਆ ਜਿਹੜੇ ਜ਼ਖਮੀ ਹੋਏ ਸੀ, ਜਿਹੜਿਆਂ ਦੇ ਪਰਿਵਾਰਾਂ ਦੀਆਂ ਜਾਨਾਂ ਗਈਆਂ ਉਹਨਾਂ ਨੂੰ। ਸੋ ਉਹ ਮੁਆਵਜ਼ਾ ਸਾਨੂੰ ਉਸ ਤੋਂ ਬਾਅਦ ਉਹ ਉੱਥੋਂ ਮਿਲ ਗਿਆ ਸੀਗਾ। ਤੇ ਪਰ ਅਸੀਂ ਉਸ ਟਾਈਮ ਵੀ ਇਹੀ ਗੱਲ ਕਹੀ ਸੀ ਕੈਪਟਨ ਸਾਹਿਬ ਨੂੰ, ਮੈਂ ਬੈਠਿਆ ਵੀ ਨਾਲ, ਵੀ ਸਾਨੂੰ ਇਹਦੀ ਨਹੀਂ ਲੋੜ ਇੰਨੀ ਜਿੰਨੀ ਸਾਨੂੰ ਇਨਸਾਫ ਦੀ ਲੋੜ ਆ, ਜਿੰਨਾ ਸਾਨੂੰ ਇਨਸਾਫ ਚਾਹੀਦਾ। ਪਰ 7 ਸਾਲ ਟੋਟਲ ਹੋ ਗਏ ਆ ਤੇ 5.5 ਸਾਲ ਦਾ ਸਮਾਂ ਜਿਹੜਾ ਉਹ ਕੈਪਟਨ ਦੀ ਸਰਕਾਰ ਗਈ ਨੂੰ ਵੀ ਹੋ ਗਿਆ। ਮੈਂ 5 ਸਾਲ ਉਸ 'ਚ ਵੀ ਅਸੀਂ ਲੱਲੜੀਆਂ ਇਹੀ ਕੱਢਦੇ ਰਹੇ ਹਾਂ, ਕੋਟਾਂ ਕਚਹਿਰੀਆਂ ਦੇ ਧੱਕੇ ਖਾਂਦੇ ਰਹੇ ਹਾਂ ਕਿ ਇਹ ਵਾਅਦਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਕਰਕੇ ਆਏ ਸੀ। ਸਿਰਫ ਇੱਕੋ ਇੱਕ ਪੰਜਾਬ ਦੇ ਲੋਕਾਂ ਨੇ ਇਸ ਵਾਅਦੇ ਦੇ ਉੱਤੇ ਤੁਹਾਨੂੰ ਵੋਟਾਂ ਪਾਈਆਂ, ਤੁਹਾਡੀ ਸਰਕਾਰ ਲਿਆਂਦੀ ਹੈ ਕਿ ਤੁਸੀਂ ਇਹਦਾ ਇਨਸਾਫ ਕਰੋਗੇ, ਪਰ ਤੁਸੀਂ ਨਹੀਂ ਕਰ ਰਹੇ ਹੋ, ਤੁਹਾਨੂੰ ਇਹਦਾ ਜਿਹੜਾ ਖਮਿਆਜਾ ਭੁਗਤਣਾ ਪਊਗਾ। ਤੇ ਉਹ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਆ, ਰਾਜਨੀਤਿਕ ਜਿਹੜੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇੱਕ ਹਿਸਾਬ ਨਾਲ। ਇੱਕ ਹੋਰ ਜਿਹੜੀ ਚੀਜ਼ ਸਾਫ਼ ਕਰੋ ਜੀ, ਜਦੋਂ ਮੋਰਚਾ ਸ਼ੁਰੂ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਤੱਕ ਦੀ ਆਪਾਂ ਗੱਲ ਕਰੀਏ, ਜਿਹੜੀ ਸੰਗਤ ਸੀਗੀ, ਆਮ ਲੋਕ ਠੀਕ ਆ, ਤੁਸੀਂ ਸੱਦਾ ਦਿੰਦੇ ਹੋ ਤਾਂ ਪਹੁੰਚ ਜਾਂਦੇ ਨੇਗੇ, ਜਿਹੜੇ ਕੁਝ ਪੰਥਕ ਆਗੂ ਹੋਣਗੇ ਜਾਂ ਹੋਰ ਵੱਡੀਆਂ ਧਿਰਾਂ ਨੇਗੀਆਂ ਉਹ ਉਸੇ ਤਰ੍ਹਾਂ ਰੋਲ ਅਦਾ ਕਰ ਰਹੀਆਂ ਨੇ, ਜਾਂ ਲੱਗਦਾ ਕਿ ਕਿਤੇ ਨਾ ਕਿਤੇ ਫਿੱਕਾ ਪੈ ਗਿਆ ਕੰਮ? ਬਈ ਫਿੱਕਾ ਇਸ ਗੱਲ ਤੋਂ ਪੈਂਦਾ, ਮੈਂ ਹਮੇਸ਼ਾ ਇਹੀ ਗੱਲ ਕਰਦਾ ਨਾ, ਜਿਹੜੀ ਪੋਲੀਟਿਕਸ ਰਾਜਨੀਤੀ ਆ
ਉਹ ਤਾਂ ਸਾਰਿਆਂ ਨੂੰ ਪਤਾ ਧੁੰਦਲੀ ਆ, ਸਾਰਿਆਂ ਨੂੰ ਪਤਾ ਵੀ ਇਹ ਰਾਜਨੀਤੀ ਕਰਦੇ ਆ, ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਜੀ। ਪਰ ਜਿਹੜੀ ਉਹਦੇ ਵਿੱਚ ਇੱਕ ਸਾਡੇ ਧਾਰਮਿਕ ਰਾਜਨੀਤੀ ਬੜੀ ਹੋਈ ਹੈ ਨਾ, ਉਹ ਮੈਂ ਦੀ ਰਾਜਨੀਤੀ ਆ, ਉਹ ਸਾਡੇ 'ਚ ਹਉਮੈ ਆ। ਜੇ ਮੈਂ ਮੂਹਰੇ ਆ ਤਾਂ ਮੇਰੇ ਮਗਰ ਲੋਕ ਲੱਗਣ, ਫੇਰ ਇਹ ਮਸਲਾ ਹੱਲ ਹੋ ਸਕਦਾ। ਤੁਸੀਂ ਕਹਿੰਦੇ ਹੋ ਮੈਂ ਮੂਹਰੇ ਲੱਗਾ ਤੇ ਮੇਰੇ ਮਗਰ ਲੋਕ ਲੱਗਣ, ਫੇਰ ਮਸਲਾ ਹੱਲ ਅਸੀਂ ਇਕੱਠੇ ਨਹੀਂ ਹੋ ਕੇ ਚੱਲ ਸਕਦੇ। ਕੀ ਗੁਰੂ ਗ੍ਰੰਥ ਸਾਹਿਬ ਸਾਡਾ ਸਾਰਿਆਂ ਦਾ ਨਹੀਂ ਹੈ? ਸਾਡੇ ਸਾਰਿਆਂ ਦੇ ਅੰਦਰ ਦਰਦ ਨਹੀਂ ਹੈ? ਕੀ ਅਸੀਂ ਸਾਰੇ ਚਾਹੁੰਦੇ ਨਹੀਂ ਵੀ ਸਾਨੂੰ ਇਸ ਬੇਅਦਬੀ ਦਾ ਇਨਸਾਫ ਮਿਲੇ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ? ਚਾਹੁੰਦੇ ਜ਼ਰੂਰ ਹੈ, ਪਰ ਅਸੀਂ ਇਕੱਠੇ ਨਹੀਂ ਹੋ ਸਕਦੇ। ਅਸੀਂ ਇਕੱਠੇ ਇਸ ਗੱਲ ਤੇ ਹੋਵਾਂਗੇ ਵੀ ਜੇ ਮੈਂ ਮੂਹਰੇ ਲੱਗ ਗਿਆ, ਮੇਰੇ ਮਗਰ ਆ ਕੇ ਬੈਠਣ ਸਾਰੇ, ਮੈਂ ਹੀ ਗੱਲ ਕਰੂੰਗਾ ਤੇ ਫਿਰ ਕ੍ਰੈਡਿਟ ਜਾਵੇ ਵੀ ਹਾਂ ਇਹ ਫਲਾਣੇ ਬੰਦੇ ਨੇ ਕਰਾਇਆ, ਉਹਨੇ ਉੱਥੇ ਮੋਰਚਾ ਸ਼ੁਰੂ ਕੀਤਾ ਸੀਗਾ ਤੇ ਉਹਦੇ ਕਰਕੇ ਹੋਇਆ। ਪਰ ਇੱਥੇ ਆਪਾਂ ਉਹ ਕਨਸੈਪਟ ਪਾਸੇ ਕਰਨ ਦੇ ਲਈ ਸੰਗਤ ਦਾ ਮੋਰਚਾ, ਬਾਈ ਸੰਗਤ ਵੱਲੋਂ ਮੋਰਚਾ ਲਾਇਆ ਹੋਇਆ ਤੇ ਸੰਗਤ ਦੇ ਵਿੱਚ ਬਹਿ ਕੇ ਫੈਸਲੇ ਹੋਣੇ ਆ। ਤੇ ਮੈਂ ਅੱਜ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਪਾਂ ਜਿੰਨੇ ਜਥੇਦਾਰ ਆ, ਜਿੰਨੀਆਂ ਕਿਸਾਨ ਜਥੇਬੰਦੀਆਂ, ਜਿੰਨੇ ਸਿੰਗਰ ਆ, ਜਿੰਨੇ ਵੀ ਪੰਜਾਬੀ ਖਿੱਤੇ ਨਾਲ ਜਾਂ ਧਾਰਮਿਕ ਖਿੱਤੇ ਨਾਲ ਸੰਬੰਧ ਰੱਖਦੇ ਆ, ਜਾਂ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਸ਼ਬਦ ਗੁਰੂ ਨੂੰ ਗੁਰੂ ਮੰਨਦੇ ਆ, ਯਾਰ ਇਕੱਠੇ ਹੋ ਕੇ ਚੱਲ ਗਏ ਆਪਾਂ। ਜੇ ਅਸੀਂ ਆਪਣੇ ਨਿੱਜ ਦੀ ਖਾਤਰ ਇਕੱਠੇ ਹੋ ਕੇ ਦਿੱਲੀ ਦੇ ਬਰੂਹਾਂ ਤੇ ਬਹਿ ਕੇ 3 ਕਾਲੇ ਕਾਨੂੰਨ ਵਾਪਸ ਕਰਾ ਸਕਦੇ ਆ ਨਾ, ਕਿਉਂਕਿ ਸਾਡੇ ਨਿੱਜ ਤੇ ਗੱਲ ਸੀ, ਸਾਡੇ ਜ਼ਮੀਨਾਂ ਤੇ ਗੱਲ ਸੀ, ਸਾਡੀਆਂ ਫਸਲਾਂ ਦੀ ਗੱਲ ਸੀ। ਇੱਥੇ ਸਾਡੀ ਹੋਂਦ ਦੀ ਗੱਲ ਆ, ਸਾਡੀ ਸਿੱਖ ਇਤਿਹਾਸ ਦੀ ਗੱਲ ਆ, ਸਾਡੇ ਫਲਸਫੇ ਦੀ ਗੱਲ ਆ, ਅਸੀਂ ਉਹ ਵੀ ਕਰਾ ਸਕਦੇ ਆ। ਸਾਨੂੰ ਉਹਦੇ ਲਈ ਇੱਕ ਦੇਸ਼ ਦੀ ਸਰਕਾਰ ਜੇ ਅਸੀਂ ਘੇਰ ਲਈ ਆ ਤੇ ਸਾਨੂੰ ਪੰਜਾਬ ਸਟੇਟ ਦੀ ਸਰਕਾਰ ਘੇਰਨਾ ਕੋਈ ਵੱਡੀ ਗੱਲ ਨਹੀਂ ਆ, ਉਹ ਵੀ ਸਾਡੇ ਇਸ਼ਟ ਦੇ ਲਈ। ਤੇ ਮੈਂ ਸਮਝਦਾ ਕਿ ਦੂਜੇ ਧਰਮ ਦੇ ਵਰਗਾਂ ਦੇ ਲੋਕ ਵੀ ਸਾਡਾ ਸਾਥ ਦੇਣਗੇ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕਰਦੇ, ਉਹ ਚਾਹੇ ਹਿੰਦੂਆਂ ਦੀ ਹੋਵੇ ਚਾਹੇ ਮੁਸਲਮਾਨਾਂ ਦੀ ਹੋਵੇ, ਸਾਨੂੰ ਉਹ ਬੇਅਦਬੀ ਹੈ ਜਿਹੜੀ ਬਰਦਾਸ਼ਤ ਨਹੀਂ ਹੁੰਦੀ। ਅਸੀਂ ਇਸੇ ਕਰਕੇ ਕਹਿੰਦੇ ਆ ਕਿ ਸਾਰੇ ਅਸੀਂ ਇੱਥੇ ਇਕੱਠੇ ਹੋ ਕੇ ਚੱਲੀਏ ਤਾਂ ਜੋ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਿਸੇ ਵੀ ਰਾਜ ਦੇ ਵਿੱਚ, ਕਿਸੇ ਵੀ ਸਰਕਾਰ ਦੇ ਵਿੱਚ ਨਾ ਹੋਵੇ ਤੇ ਕਿਸੇ ਵੀ ਫਿਰਕਾ ਪ੍ਰਸਤ ਲੋਕ ਆ ਉਹ ਇਸ ਚੀਜ਼ ਨੂੰ ਕਰਨ ਬਾਰੇ ਸੋਚ ਨਾ ਸਕਣ। ਜੀ, ਮੇਰਾ ਅਖੀਰਲਾ ਸਵਾਲ ਆ ਜੀ ਕਿ ਮੇਰਾ ਜਵਾਬ ਲੈਣ ਲਈ 2 ਪਾਰਟਾਂ 'ਚ ਵੰਡੂਗਾ। ਮੀਡੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਤੁਹਾਨੂੰ ਪਤਾ ਕਿ ਵਿਊ ਪਿੱਛੇ ਭੱਜਦਾ ਰਹਿੰਦਾ, ਛੋਟਾ ਹਿੱਸਾ ਕੁਛ ਕੁ ਜਾਂ ਛੋਟੇ ਚੈਨਲ ਕਹਿ ਲਓ ਕਿ ਉਹ ਲਗਾਤਾਰ ਕੰਮ ਕਰਦੇ, ਆਪਣੇ ਮੁੱਦਿਆਂ ਉੱਤੇ ਰਹਿੰਦੇ ਨੇਗੇ। ਮੀਡੀਆ ਦਾ ਰੋਲ ਕਿਵੇਂ ਸਾਰੇ ਮਸਲੇ 'ਚ ਦੇਖਦੇ ਹੋ? ਉਦੋਂ ਕਿਸ ਤਰ੍ਹਾਂ ਦੀ ਹਮਾਇਤ ਸੀ, ਹੁਣ ਕਿੰਨੀ ਕੁ ਹਮਾਇਤ ਹੈ ਜਾਂ ਕਿਵੇਂ ਆ? ਨਹੀਂ ਦੇਖੋ ਬਾਈ ਜੀ, ਜਿਹੜੇ ਮੀਡੀਆ ਦੀ ਆਪਾਂ ਗੱਲ ਕਰੀਏ, ਜਿੰਨਾ ਕੁ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੇ ਬੰਦੇ ਆ ਹਨਾ, ਜਾਂ ਲੋਕਾਂ ਦੀ ਆਵਾਜ਼, ਹਾਂ ਲੋਕਾਂ ਦੀ ਆਵਾਜ਼, ਜਿਹੜੇ ਸਹੀ ਮੁੱਦਿਆਂ ਦੀ ਗੱਲ ਕਰਨ ਵਾਲੇ ਬੰਦੇ ਆ, ਉਹ ਹਮੇਸ਼ਾ ਹੀ ਗੱਲ ਕਰਦੇ ਆ। ਉਹਨਾਂ ਦਾ ਜਿਵੇਂ ਆਪਾਂ ਕਹੀਏ ਨਾ, ਇਹ 'ਚ ਆਮ ਸਿੱਖ ਸੰਗਤਾਂ ਦਾ ਕੋਈ ਦੋਸ਼ ਨਹੀਂ ਹੈ। ਜੇ ਆਮ ਸਿੱਖ ਸੰਗਤਾਂ ਬੇਅਦਬੀ ਦੇ ਇਨਸਾਫ ਲਈ ਖੜੀਆਂ ਨਾ, ਦਰਦ ਰੱਖਦੀਆਂ, ਤੇ ਉਹ ਖੜੀਆਂ। ਉਸੇ ਤਰ੍ਹਾਂ ਹੀ ਮੀਡੀਆ ਜਿਹੜਾ ਆਮ ਪੰਜਾਬ ਦੇ ਲੋਕਾਂ ਦੇ ਘਰਾਂ 'ਚੋਂ ਉੱਠ ਕੇ ਜਿਹੜਾ ਦਰਦ ਸਮਝਣ ਦੀ ਗੱਲ ਕਰਦਾ, ਉਹ ਸਾਡੀ ਗੱਲ ਕਰਦਾ। ਪਰ ਜਿਹੜਾ ਸਰਕਾਰ ਪੱਖੀ ਗੱਲ ਕਰਦਾ, ਉਹ ਕਦੇ ਵੀ ਇਸ ਗੱਲ ਤੇ ਗੌਰ ਨਹੀਂ ਕਰੂਗਾ, ਕਿਉਂਕਿ ਸਰਕਾਰ ਦੀ ਕੁੰਡੀ ਉਹਨਾਂ ਦੇ ਹੱਥ 'ਚ ਹੈ। ਉਹ ਜਿੰਨਾ ਕੁ ਉਹਨੂੰ ਖਿੱਚਣਗੇ ਉਹਨਾਂ ਕੁ ਉਹਨਾਂ ਨੇ ਕੰਮ ਕਰਨਾ। ਜਿਹੜਾ ਮੁੱਦਾ ਪੰਜਾਬ ਦੇ ਲੋਕਾਂ ਦੇ ਨਾਲ ਟੱਚ ਕਰਦਾ ਹੋਊਗਾ, ਸਰਕਾਰ ਦੇ ਅੰਗੇਸਟ ਹੋਊਗਾ, ਉਹ ਸਰਕਾਰੀ ਮੀਡੀਆ ਕਦੇ ਇਨਵੋਲਵ ਨਹੀਂ ਹੋਊਗਾ। ਸਾਡੇ ਲਈ ਸਾਡਾ ਪੰਜਾਬ ਦੇ ਲੋਕ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਆ ਜਿਹੜਾ ਹਰ ਇੱਕ ਜਿਹਦੇ ਹੱਥ 'ਚ, ਜੇ ਆਪਾਂ ਗੱਲ ਕਰੀਏ ਸਾਡੀ ਫੇਸਬੁੱਕ ਹੋ ਗਈ ਜਾਂ ਹੋਰ ਵੀ ਜਿੰਨਾ ਨਿੱਕੇ ਮੋਟੇ ਜਿਹੜਾ ਵੀ ਬੰਦਾ ਆ ਕੇ ਇਸ 'ਤੇ ਗੱਲ ਕਰਦਾ ਲਿਖਤੀ ਆ, ਸੋ ਉਹ ਗੱਲ ਸਾਡੇ ਹੱਕਾਂ ਵਾਲੀ ਜਾਂਦੀ ਆ। ਪਰ ਜੇ ਨੈਸ਼ਨਲ ਮੀਡੀਆ ਦੀ ਆਪਾਂ ਗੱਲ ਕਰੀਏ, ਉਹਨਾਂ ਨੂੰ ਇੱਕ ਮਸਾਲਾ ਚਾਹੀਦਾ। ਮਸਾਲੇ ਤੋਂ ਭਾਵ ਉਹਨਾਂ ਨੂੰ ਇੱਕ ਮਰਡਰ ਚਾਹੀਦਾ, ਉਹਨਾਂ ਨੂੰ ਇੱਕ ਕਤਲੇਆਮ ਚਾਹੀਦਾ, ਉਹਨਾਂ ਨੂੰ ਵੱਡੀ ਘਟਨਾ ਚਾਹੀਦੀ ਆ। ਉਹਨਾਂ ਲਈ ਗੁਰੂ ਸਾਹਿਬ ਦੀ ਬੇਅਦਬੀ ਆ ਜਿਹੜੀ ਉਹ ਬਹੁਤੀ ਵੱਡੀ ਗੱਲ ਨਹੀਂ ਹੈ। ਜੇ ਮੀਡੀਆ ਪੂਰੇ ਦਾ ਪੂਰਾ ਇਸ ਚੀਜ਼ ਨੂੰ ਲੈ ਕੇ, ਮੀਡੀਆ ਤਾਂ ਕਰ ਵੀ ਸਕਦਾ। ਦੂਜੀ ਗੱਲ, ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੇ ਪੁਲਿਸ ਵਾਲੇ, ਇੱਕ ਸਿੱਖਾਂ ਦੇ ਘਰਾਂ 'ਚੋਂ ਗਏ ਆ ਨਾ, ਤੇ ਕੀ ਉਹ ਵੀ ਆਪਦੇ ਲਈ ਇੱਕ ਇੱਦਾਂ ਦਾ ਕੋਈ ਪਲੇਟਫਾਰਮ ਨਹੀਂ ਤਿਆਰ ਕਰ ਸਕਦੇ ਕਿ ਅਸੀਂ ਇਕੱਠੇ ਹੋ ਕੇ ਕਹੀਏ ਵੀ ਜਿਹੜੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਕੀ ਸਰਕਾਰੀ MLA ਆ ਬਣ ਤੋਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਨੱਕ ਰਗੜਦੇ ਆ, ਜਦੋਂ ਬਣ ਜਾਂਦੇ ਉਦੋਂ ਇਹ ਇਕੱਠੇ ਨਹੀਂ ਹੋ ਸਕਦੇ? ਅੱਜ 92 ਦੀ ਸਰਕਾਰ ਆ ਤੇ 92 ਦੇ ਵਿੱਚੋਂ ਮੈਂ ਸਮਝਦਾ 50 ਵੀ ਇਕੱਠੇ ਹੋ ਜਾਣ ਤੇ ਕੀ ਤਾਕਤ ਆ ਕਿਸੇ ਦੀ ਵੀ ਉਹ ਹੱਲ ਨਾ ਕਰ ਸਕਣ। ਤੇ 92 ਦੇ 92 ਇਸ ਗੱਲ ਤੇ ਆਏ ਆ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਇਹ ਕਰਨਗੇ, ਸਮੇਤ ਮੁੱਖ ਮੰਤਰੀ। ਪਹਿਲਾਂ 7 ਸਾਲਾਂ ਦੇ ਬੋਲਦੇ ਆਏ ਆ, MP ਸੀਗੇ ਉਦੋਂ ਵੀ ਬੋਲਦੇ ਆਏ ਆ ਉਹ ਬਈ ਬੇਅਦਬੀ ਦਾ ਇਨਸਾਫ ਅਸੀਂ ਕਰਾਂਗੇ, ਸਾਡੀ ਸਰਕਾਰ ਬਣੂਗੀ। ਤੇ ਅੱਜ ਇੰਨਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਉਹ ਆਵਾਜ਼ ਨਹੀਂ ਚੱਕ ਸਕਦੇ ਤੇ ਦੂਜੇ ਲੋਕਾਂ ਨੇ ਕਿੱਥੋਂ ਚੱਕਣੀ ਆ ਜਿਹੜੇ ਇਸ ਚੀਜ਼ ਦੇ ਵਿੱਚੋਂ ਨਿਕਲ ਕੇ ਅੱਜ ਕੁਰਸੀਆਂ ਤੇ ਬਿਰਾਜਮਾਨ ਇਹਨਾਂ ਗੱਲਾਂ ਕਰਕੇ ਹੋਏ ਆ ਕਿ ਬੇਅਦਬੀ ਦਾ ਇਨਸਾਫ ਉਹ ਕਰਨਗੇ। ਜੀ ਮਿਹਰਬਾਨੀ ਜੀ। ਤੇ ਨਾਲ ਹੀ ਅਸੀਂ ਵੀ ਇਹੋ ਅਰਦਾਸ ਕਰਦੇ ਹਾਂ ਕਿ ਬੇਅਦਬੀ ਦੇ ਮਸਲੇ 'ਚ ਨਾਲ ਜਿਹੜੇ ਹੋਰ ਮਸਲੇ ਆ ਜੁੜੇ ਹੋਏ ਆਪਣੇ ਇਸ਼ਟ ਦੇ, ਉਹਨਾਂ ਦੇ ਵਿੱਚ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਜੀ। ਮਿਹਰਬਾਨੀ ਜੀ। ਸੋ ਨਾਲ ਨਾਲ ਤੁਹਾਨੂੰ ਵੀ ਗੁਜ਼ਾਰਿਸ਼ ਆ
ਕਿ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਨਾਲ ਦੀ ਨਾਲ, ਕਿ ਜਦੋਂ ਵੀ ਕੋਈ ਕਾਲ ਆਉਂਦੀ ਹੈ ਜਾਂ ਬੇਸ਼ੱਕ ਇਹ ਮਸਲਾ ਜਾਂ ਕੋਈ ਹੋਰ ਮਸਲਾ, ਕੋਈ ਵੀ ਪੰਜਾਬੀਆਂ ਦਾ ਮਸਲਾ, ਸਾਡੇ ਧਰਮ ਨਾਲ ਜੁੜਿਆ ਹੋਇਆ ਮਸਲਾ, ਉਹਦੇ ਵਿੱਚ ਜਦੋਂ ਵੀ ਕਿਤੇ ਲੋੜ ਪੈਂਦੀ ਆ ਕਿ ਇਨਸਾਫ ਦੇ ਲਈ ਇਕੱਠੇ ਹੋਣਾ ਚਾਹੀਦਾ ਤਾਂ ਉੱਥੇ ਜ਼ਰੂਰ ਇਕੱਠੇ ਹੋਇਆ ਕਰੋ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ।